आओ साध संगत जी विचारां दी लड़ी आरंभ करिए। साध संगत जी गुरु घर दे वेद व्यास भाई गुरदास जी जिन्हां दी समुची रचना नूं गुरु अर्जन देव पातशाह महाराज उन्होंने गुरबाणी की कुंजी आखिया है। तो भाई साहब जी होरां ने अपनियां रचनावां दे विच साध संगत गुरबाणी दे जिहड़े गुझे भेद ने उन्होंने सुखैन करके साडे सन्मुख रखे है। तो साध संगत जी अज भाई साहब जी वार दसवीं वार दी दूजी पौड़ी दे विच भगत प्रहलाद जी उन्हां दा जिक्र कर रहे ने। भाई साहब जी आखदे ने जय जयकार करन ब्रह्माद, भाव जेड़े गुरु के प्यारे सच दे राह ते चलदे ने ना साध संगत जी, ते उन्हां दी सारा संसार जय जयकार करदा है। देवलोक दे विच उन्हां दी प्रशंसा हुंदी है, उन्हां दी वडियाई हुंदी है, उन्हां दी जय जयकार हुंदी है। वो किवें? आओ साध संगत जी मन बिरतियां करिए एकाग्र, आपो अपने विचारां नूं बाहर मुखता तो रोक के शब्द दे नाल अपना ध्यान जोड़िए ते समझण दा यतन करिए कि भाई गुरदास जी होरां ने भगत प्रहलाद जी होरां दे बारे च सानू की समझाउण दा यतन कीता है। साध संगत जी भाई साहब जी आखदे ने घर हरणाखश दैंत दे कल्लर कवल भगत प्रहलाद, भाव जिवें साध संगत जी कल्लर वाली जमीन हुंदी है ना, कल्लर वाली जिस जमीन दे विच कल्लर होवे ते उस कल्लर वाली पैली दे विच छेती कीते कोई फसल उगदी नहीं। वो कल्लर वाली जमीन मारू जमीन हुंदी है ते उहदे विच साध संगत जी किसी भी तरह की फसल पैदा करना बड़ा कठिन हुंदा है। ते भाई साहब जी आखदे ने बिल्कुल इसी तरह हरणाखश दैंत दे घर प्रहलाद भगत जी का जन्म होया ते मनो जिवें कल्लर वाली धरती दे विच कवल दा फुल खिड़ जांदा ना साध संगत, कवल दा अक्सर कमल दा फुल उत्थे हुंदा जिथे पानी दी बहुतात होवे, जिथे पानी साध संगत जी ज़्यादा होवे ना ते कवल फुल जिहड़े ने उत्थे कमल दे फुल पानी दे विच खिड़दे ने। ते कल्लर वाली भोएं दे विच ते साध संगत जी पानी हुंदा ही नहीं। ते भाई साहब जी इसे करके कह रहे ने कि जिहड़ा हरणाखश सी ना, हरणाखश ओदा हिरदा मनो इंज सी भी जिवें कल्लर वाली भोएं हुंदी है, भगती भाव तो विहूणा हंकार दे नाल भरिया होया। ऐसे
ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ ਜੀ ਉਹ ਕਮਲ ਫੁੱਲ ਬਣ ਕੇ ਖਿੜੇ। ਤੇ ਜਦੋਂ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਥੋੜੇ ਜਿਹੇ ਵੱਡੇ ਹੋਏ ਤੇ ਫਿਰ ਭਾਈ ਸਾਹਿਬ ਜੀ ਆਖਦੇ ਹਨ, ਪੜ੍ਹਨ ਪਠਾਇਆ ਚਾਟ ਸਾਲ, ਪਾਂਧੈ ਚਿੱਤ ਹੋਆ ਅਹਿਲਾਦ। ਤੇ ਜਦੋਂ ਭਗਤ ਪ੍ਰਹਿਲਾਦ ਜੀ ਥੋੜੇ ਜਿਹੇ ਵੱਡੇ ਹੋਏ ਤੇ ਸਾਧ ਸੰਗਤ ਜੀ ਭਗਤ ਜੀ ਹੋਰਾਂ ਨੂੰ ਪਾਂਧੇ ਦੇ ਕੋਲ ਪੜ੍ਹਨ ਦੇ ਵਾਸਤੇ ਭੇਜਿਆ ਗਿਆ। ਤੇ ਜਦੋਂ ਭੇਜਿਆ ਗਿਆ ਨਾ ਸਾਧ ਸੰਗਤ ਜੀ ਪਾਂਧੇ ਦੇ ਕੋਲ ਭਗਤ ਪ੍ਰਹਿਲਾਦ ਜੀ ਹੋਰਾਂ ਨੂੰ, ਤੇ ਉਸ ਪਾਂਧੇ ਦੇ ਮਨ ਦੇ ਵਿੱਚ ਬੜਾ ਆਨੰਦ ਹੋਇਆ। ਆਨੰਦ ਇਸ ਕਰਕੇ ਹੋਇਆ ਸਾਧ ਸੰਗਤ ਕਿ ਇੱਕ ਤਾਂ ਉਸ ਪਾਂਧੇ ਨੂੰ ਮਾਣ ਇਸ ਗੱਲ ਦਾ ਹੋਇਆ ਵੀ ਮੇਰੇ ਕੋਲ ਰਾਜਕੁਮਾਰ ਪੜ੍ਹਨ ਦੇ ਵਾਸਤੇ ਆਇਆ, ਤੇ ਰਾਜਕੁਮਾਰ ਪੜ੍ਹਨ ਦੇ ਵਾਸਤੇ ਆਇਆ ਤੇ ਹੁਣ ਇਹਨਾਂ ਦੇ ਪਿਤਾ ਜੀ ਤੋਂ ਜਿਤਨੀ ਮਾਇਆ ਮੈਂ ਚਾਹਾਂ ਉਹ ਮੈਨੂੰ ਪ੍ਰਾਪਤ ਹੋ ਸਕਦੀ ਹੈ। ਤੇ ਇੱਕ ਸਮਾਜ ਦੇ ਵਿੱਚ ਮਾਣ ਅਦਬ ਜ਼ਿਆਦਾ ਹੋਵੇਗਾ ਵੀ ਇਸ ਪਾਂਧਾ ਜੀ ਹੋਰਾਂ ਦੇ ਕੋਲ ਰਾਜਕੁਮਾਰ ਆ ਕੇ ਪੜ੍ਹਦਾ ਹੈ। ਇਹ ਸਾਰੀਆਂ ਚੀਜ਼ਾਂ ਵਿਚਾਰ ਕੇ ਨਾ ਸਾਧ ਸੰਗਤ ਤੇ ਪਾਂਧੇ ਚਿੱਤ ਹੋਆ ਅਹਿਲਾਦ, ਪੜ੍ਹਾਉਣ ਵਾਲੇ ਦੇ ਮਨ ਦੇ ਵਿੱਚ, ਪਾਂਧਾ ਜੀ ਦੇ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਕਿ ਰਾਜੇ ਦਾ ਪੁੱਤਰ ਮੇਰੇ ਕੋਲ ਪੜ੍ਹਨ ਦੇ ਵਾਸਤੇ ਆਇਆ। ਤਾਂ ਸਾਧ ਸੰਗਤ ਜੀਓ ਜਦੋਂ ਭਗਤ ਪ੍ਰਹਿਲਾਦ ਜੀ ਪਾਂਧਾ ਜੀ ਦੇ ਕੋਲ ਪੜ੍ਹਨ ਦੇ ਵਾਸਤੇ ਜਾਂਦੇ ਹਨ ਤੇ ਭਾਈ ਸਾਹਿਬ ਜੀ ਆਖਦੇ ਨੇ, ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ। ਜਿਵੇਂ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਂਧੇ ਦੇ ਕੋਲ ਗਏ ਸੀ ਨਾ ਪੜ੍ਹਨ ਦੇ ਵਾਸਤੇ, ਤੇ ਪਾਂਧੇ ਦੇ ਕੋਲ ਪੜ੍ਹਨ ਦੇ ਵਾਸਤੇ ਗਏ ਤੇ ਸਾਧ ਸੰਗਤ ਜੀ ਪਾਂਧੇ ਨੂੰ ਹੀ ਪੜ੍ਹਾ ਕੇ ਆ ਗਏ। ਪਾਂਧਾ ਜੀ ਨੂੰ ਜੀਵਨ ਦਾ ਸਾਰ ਸਮਝਾ ਕੇ, ਜੀਵਨ ਦਾ ਤੱਤ ਸਮਝਾ ਕੇ ਪਹਿਲੇ ਹੀ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆ ਗਏ ਸਨ। ਤੇ ਬਿਲਕੁਲ ਇਸੇ ਤਰ੍ਹਾਂ ਸਾਧ ਸੰਗਤ ਜੀ ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ। ਤੇ ਭਗਤ ਪ੍ਰਹਿਲਾਦ ਜੀ ਸਾਧ ਸੰਗਤ ਮਨ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਸਿਮਰਦੇ ਨੇ, ਮਨ ਦੇ ਵਿੱਚ ਪਰਮੇਸ਼ਰ ਦਾ ਨਾਮ ਸਿਮਰਦੇ ਨੇ ਤੇ ਆਪਣੇ ਮੁਖ ਤੋਂ ਵੀ ਉਸ ਪ੍ਰਭੂ ਦੇ ਗੀਤ ਗਾਉਂਦੇ ਨੇ। ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ। ਨਾਲੇ ਤੇ ਮਨ ਦੇ ਵਿੱਚ ਉਸ ਪ੍ਰਮਾਤਮਾ ਦਾ ਬੇਅੰਤ ਸ਼ਕਤੀ ਦਾ ਧਿਆਨ ਧਰਿਆ ਹੋਇਆ ਭਗਤ ਪ੍ਰਹਿਲਾਦ ਜੀ ਹੋਰਾਂ ਨੇ, ਤੇ ਮੁਖ ਤੋਂ ਵੀ ਸਾਧ ਸੰਗਤ ਜੀ ਉਸ ਬੇਅੰਤ ਪ੍ਰਭੂ ਦਾ ਜਸ ਗਾਉਂਦੇ ਨੇ। ਗਏ ਤੇ ਪੜ੍ਹਨ ਵਾਸਤੇ ਨੇ, ਪਰ ਸਾਧ ਸੰਗਤ ਜੀ ਪਾਠਸ਼ਾਲਾ ਦੇ ਵਿੱਚ ਜਾ ਕੇ ਭਗਤ ਪ੍ਰਹਿਲਾਦ ਜੀ ਉਸ ਪ੍ਰਭੂ ਦਾ ਹੀ ਜਸ ਗਾਈ ਜਾਂਦੇ ਨੇ, ਹਿਰਦੇ ਦੇ ਵਿੱਚ ਉਸ ਪ੍ਰਭੂ ਨੂੰ ਹੀ ਸਿਮਰੀ ਜਾਂਦੇ ਨੇ। ਤੇ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਹੋਰਾਂ ਦੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਹੋਰ ਚਾਟੜੇ ਸੀ ਨਾ ਸਾਧ ਸੰਗਤ ਜੀ, ਚਾਟੜੇ ਭਾਵ ਚੇਲੇ, ਪਾਂਧਾ ਜੀ ਦੇ ਚੇਲੇ ਸਨ ਜਿਹੜੇ,
ਤੇ ਉਹਨਾਂ ਦੇ ਮਨਾਂ ਤੇ ਵੀ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੀ ਹੋਰਾਂ ਦੇ ਨਾਮ ਸਿਮਰਨ ਕਰਨ ਦਾ ਬੜਾ ਅਸਰ ਹੋਇਆ। ਭਾਈ ਸਾਹਿਬ ਜੀ ਆਖਦੇ ਨੇ, ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਵਿਸਮਾਦ। ਤੇ ਭਗਤ ਪ੍ਰਹਿਲਾਦ ਜੀ ਹੋਰਾਂ ਨੂੰ ਭਗਤੀ ਕਰਦਿਆਂ ਵੇਖ ਕੇ ਉਹਨਾਂ ਦੇ ਸ਼੍ਰੀ ਮੁਖ ਤੋਂ ਗੁਰੂ ਕਾ ਜਸ ਸੁਣ ਕੇ, ਭਗਤ ਪ੍ਰਹਿਲਾਦ ਜੀ ਹੋਰਾਂ ਦੇ ਮੁਖ ਤੋਂ ਅਨਾਹਦ ਨਾਦ ਸੁਣ ਕੇ, ਵਾਹਿਗੁਰੂ ਦਾ ਜਸ ਸੁਣ ਕੇ, ਤੇ ਜਿਹੜੇ ਸ਼ਾਗਿਰਦ ਸੀ ਨਾ ਸਾਧ ਸੰਗਤ ਜੀ, ਚਾਟੜੇ ਸੀ ਜਿਹੜੇ, ਉਹ ਸਾਰੇ ਦੇ ਸਾਰੇ ਭਗਤੀ ਦੇ ਵਿੱਚ ਲੀਨ ਹੋ ਗਏ। ਪ੍ਰਭੂ ਦੀ ਭਗਤੀ ਕਰਨ ਡੈ ਪਏ ਸਾਧ ਸੰਗਤ ਜੀ, ਉਹ ਸਾਰੇ ਸ਼ਾਗਿਰਦ। ਤੇ ਇਹ ਵੇਖ ਕੇ ਜਿਹੜੇ ਪਾਂਧਾ ਜੀ ਸੀ ਉਹ ਹੱਕੇ ਬੱਕੇ ਹੋਏ ਵੀ ਕਿਤੇ ਇਹਨਾਂ ਬੱਚਿਆਂ ਨੂੰ ਦੁਨਿਆਵੀ ਗਿਆਨ ਦੇਣਾ ਸੀ, ਤੇ ਇਹ ਸਾਰੇ ਦੇ ਸਾਰੇ ਪ੍ਰਹਿਲਾਦ ਜੀ ਹੋਰਾਂ ਦੇ ਪਿੱਛੇ ਲੱਗ ਕੇ ਤੇ ਪ੍ਰਭੂ ਦਾ ਸਿਮਰਨ ਕਰਨ ਡੈ ਪਏ ਨੇ, ਵਾਹਿਗੁਰੂ ਦੀ ਕਿਰਤ ਗਾਉਣ ਡੈ ਪਏ ਨੇ, ਪਰਮਾਤਮਾ ਦਾ ਜਸ ਕਰਨ ਲੱਗ ਪਏ ਨੇ। ਇਹ ਵੇਖ ਕੇ ਨਾ ਸਾਧ ਸੰਗਤ ਜੀ ਤੇ ਪਾਂਧਾ ਜੀ ਹੋਰਾਂ ਦੇ ਮਨ ਦੇ ਵਿੱਚ ਬੜਾ ਵਿਸਮਾਦ ਹੋਇਆ, ਬੜਾ ਹੱਕੇ ਬੱਕੇ ਹੋ ਗਏ, ਹੈਰਾਨ ਹੋ ਗਏ। ਤੇ ਸਾਧ ਸੰਗਤ ਜੀ ਭਾਈ ਸਾਹਿਬ ਜੀ ਆਖਦੇ ਹਨ, ਰਾਜੇ ਪਾਸ ਰਵਾਇਆ, ਦੁਖੀ ਦੈਤ ਵਧਾਇਆ ਬਾਦ। ਸਾਧ ਸੰਗਤ ਜੀ ਜਿਹੜਾ ਹਰਨਾਕਸ਼ ਸੀ ਨਾ, ਹਰਨਾਕਸ਼ ਪ੍ਰਹਿਲਾਦ ਜੀ ਹੋਰਾਂ ਦਾ ਪਿਤਾ, ਸਾਧ ਸੰਗਤ ਉਹਨੇ ਆਪਣੇ ਰਾਜ ਦੇ ਵਿੱਚ ਇਹ ਢੰਡੋਰਾ ਪਿਟਵਾਇਆ ਹੋਇਆ ਸੀ ਵੀ ਪਰਮਾਤਮਾ ਮੈਂ ਹੀ ਹਾਂ, ਮੇਰੇ ਤੋਂ ਬਿਨਾਂ ਕੋਈ ਰੱਬ ਨਹੀਂ। ਜਿੰਨੇ ਵੀ ਕਿਸੇ ਨੇ ਰੱਬ ਦਾ ਨਾਂ ਲਿਆ ਮੇਰੇ ਤੋਂ ਬਿਨਾਂ, ਤੇ ਸਾਧ ਸੰਗਤ ਜੀ ਉਹਨੂੰ ਹਰਨਾਕਸ਼ ਕਤਲ ਕਰਵਾ ਦਿੰਦਾ ਹੁੰਦਾ ਸੀ ਕਿ ਮੈਂ ਹੀ ਰੱਬ ਹਾਂ, ਮੇਰੇ ਤੋਂ ਬਿਨਾਂ ਜਿਹੜਾ ਰੱਬ ਦੀ ਆਰਾਧਨਾ ਕਰੇਗਾ ਉਹਦਾ ਜਿਉਣਾ ਮੁਸ਼ਕਲ ਹੋ ਜਾਏਗਾ। ਤੇ ਸਾਧ ਸੰਗਤ ਜੀ ਘਰ ਦੇ ਵਿੱਚ ਹੀ ਭਗਤ ਪ੍ਰਹਿਲਾਦ ਜੀ ਪੈਦਾ ਹੋਏ, ਤੇ ਉਹਨਾਂ ਨੇ ਸਾਧ ਸੰਗਤ ਜੀ ਹਰਨਾਕਸ਼ ਦਾ ਨਾਂ ਨਹੀਂ ਲਿਆ, ਨਹੀਂ ਜਪਿਆ ਹਰਨਾਕਸ਼ ਨੂੰ, ਤੇ ਸਗੋਂ ਸਿਮਰੈ ਮਨ ਵਿੱਚ ਰਾਮ ਨਾਮ, ਉਸ ਵਾਹਿਗੁਰੂ ਦਾ ਨਾਮ ਸਿਮਰਦੇ ਨੇ, ਉਸ ਪਰਮਾਤਮਾ ਦੀ ਕਿਰਤੀ ਕਰਦੇ ਨੇ, ਉਸ ਵਾਹਿਗੁਰੂ ਦੀ ਕਿਰਤ ਗਾਉਂਦੇ ਨੇ। ਤੇ ਸਾਧ ਸੰਗਤ ਜੀ ਇਹ ਸੁਣ ਕੇ ਨਾ ਵੀ ਪ੍ਰਹਿਲਾਦ ਜੀ ਆਪ ਤੇ ਵਾਹਿਗੁਰੂ ਦੀ ਭਗਤੀ ਕਰ ਹੀ ਰਹੇ ਨੇ, ਆਪ ਤਾਂ ਉਸ ਅਨਾਹਦ ਨਾਦ ਨੂੰ ਗਾ ਹੀ ਰਹੇ ਨੇ, ਬਲਕਿ ਹੋਰ ਜਿੰਨੇ ਵੀ ਉਸ ਪਾਠਸ਼ਾਲਾ ਦੇ ਵਿੱਚ ਚਾਟੜੇ ਸਨ, ਉਹ ਸਾਰੇ ਹੀ ਸਾਧ ਸੰਗਤ ਜੀ ਪ੍ਰਮਾਤਮਾ ਦਾ ਜਸ ਗਾ ਰਹੇ ਨੇ, ਹਰਨਾਕਸ਼ ਦਾ ਜਸ ਨਹੀਂ ਗਾ ਰਹੇ। ਉਸ ਇੱਕ ਅਨੰਤ ਸ਼ਕਤੀ ਦਾ, ਜਿਹੜੀ ਸ਼ਕਤੀ ਬੇਅੰਤ ਹੈ, ਜਿਹਦੀ ਕੋਈ ਸੀਮਾ ਨਹੀਂ, ਜਿਹਦਾ ਕੋਈ ਅੰਤ ਨਹੀਂ, ਜਿਹਦਾ ਕੋਈ ਆਦ ਨਹੀਂ, ਜਿਹਦਾ ਕੋਈ ਪਰਲਾ ਬੰਨਾ ਨਹੀਂ, ਉਹਦਾ ਜਸ ਗਾ ਰਹੇ ਨੇ। ਤੇ ਸਾਧ ਸੰਗਤ ਜੀ ਜਦੋਂ ਪਾਂਧਾ ਜੀ ਹੋਰਾਂ ਨੇ ਸੁਣਿਆ ਤੇ ਮਨ ਦੇ ਵਿੱਚ ਡਰਿਆ ਵੀ, ਮਨ ਦੇ ਵਿੱਚ ਭੈ ਵੀ ਉਹਦੇ ਪੈਦਾ ਹੋਇਆ ਵੀ ਜੇ ਹਰਨਾਕਸ਼ ਨੂੰ ਪਤਾ ਲੱਗ ਗਿਆ ਤੇ ਉਹ ਤੇ ਮੇਰੇ ਨਾਲ
नाराज होवेगा, हो सकता मैनू कोई सजा भी देवे। ते साध संगत जी बड़ा समझाया पांधा जी होरां ने, आखिया भी तू राम दा नां छड्ड, निरंकार दा नां छड्ड ते हरणाकश दा नाम लै। ते साध संगत जी प्रहलाद जी होरां ने पता अगों की आखिया, आखिया मेरी पटिया लिख दे हो राम नाम, नहीं छोड़ो रे बाबा राम नाम। आखिया मेरी फटी ते उस वाहिगुरु दा नाम लिख दे, भी भावें मैनू मार दे, भावें जो मर्जी सजा दे, पर मैं हरणाकश का नाम नहीं लेना, क्योंकि हरणाकश अनंत शक्ति नहीं, क्योंकि हरणाकश सदीव नहीं। ते जिहड़ा सदीव परमात्मा है, आद अंत है, मैं ते उहदा ही नाम लेना है। मोको घाल जार भावें मार डार, भावें मार दे ते भावें कोई सजा दे। साध संगत जदों प्रहलाद जी ना मन्ने, ना छड्डिया वाहिगुरु दा नाम, ते भाई साहब जी आखदे ने फिर राजे पास रवाया, दुखी दैंत वधाया वाद। ते फिर जिहड़ा वो पांधा सी ना साध संगत, वो हरणाकश दे कोल जाके ते रो के साध संगत जी पुकार करन लगा कि हे हरणाकश, तेरा पुत्र प्रहलाद ये उस परमात्मा दा उपासक है, ये उस परमात्मा दा भगत है, ते ये परमात्मा दा नाम नहीं छड्ड रहा, ते तेरा नाम जप नहीं रहा। तो साध संगत जी जदों हरणाकश नूं पता लगा इस गल दा कि मेरा आपदा ही पुत्र मेरा नाम नहीं सिमर रहा, तो होर किसी ने की सिमरना है। तो साध संगत जी हरणाकश ने ना अपने पुत्र दे नाल झगड़ा वधा लिया, ते झगड़ा इत्थों तक वधा लिया, जल अग्नि विच घत्या, जलै न डूबै गुर प्रसाद, इत्थों तक झगड़ा वध गया साध संगत कि भगत प्रहलाद जी होरां नूं साध संगत पानी दे विच सुटिया गया भी आपे ही डुब के मर जाएगा। पर साध संगत जी सतगुरु आखदे ने जल नहीं डूबै, तस्कर नहीं लेवै, भाहे ना साकै जाले। ਜਿਹੜੇ गुरु ਦੇ प्यारे ਹੁੰਦੇ ਨੇ ਨਾ साध संगत, ਉਹਨਾਂ ਨੂੰ ਅੱਗ ਦਾ ਪਾਣੀ ਦਾ ਕੋਈ ਭੈ ਨਹੀਂ ਹੁੰਦਾ। ਅੱਗ ਪਾਣੀ ਉਹਨਾਂ ਨੂੰ ਡਰਾ ਨਹੀਂ ਸਕਦੇ, ਡਰਾ ਕੇ ਆਪਣੇ ਮਨੋਰਥ ਤੋਂ ਭਟਕਾ ਨਹੀਂ ਸਕਦੇ। ਤੇ ਭਾਈ ਸਾਹਿਬ ਜੀ ਆਖਦੇ ਨੇ ਜਲ ਅਗਨੀ ਵਿੱਚ ਘੱਤਿਆ। ਹਰਣਾਕਸ਼ ਨੇ ਨਾ ਸਾਧ ਸੰਗਤ प्रहलाद जी होरां नूं पानी दे विच डोबण दा यतन कीता, अग दे विच साड़न दा यतन कीता। ते पर साध संगत जी जा तू मेरे वल है तां क्या मोह छंदा, तुद सब कुछ मैनू सौंपिया जा तेरा बंदा। मेरे राम राय तू संतां का संत तेरे, तेरे सेवक को भौ किछ नाही जम नहीं आवे नेरे। साध संगत जी जल दे विच डोबण दा यतन कीता, अग्नि दे विच सुटण दा यतन कीता, पर साध संगत जी उस निरंकार दी किरपा दा सदका, उस वाहिगुरु दी रहमत दा सदका
ਸਾਧ ਸੰਗਤ ਜੀ ਨਾ ਤੇ ਜਲ ਨੇ ਡੋਬਿਆ ਪ੍ਰਹਲਾਦ ਜੀ ਹੋਰਾਂ ਨੂੰ, ਤੇ ਨਾ ਹੀ ਸਾਧ ਸੰਗਤ ਜੀ ਅੱਗ ਦੇ ਵਿੱਚ ਸੜੇ ਪ੍ਰਹਲਾਦ ਜੀ। ਉਸ ਪ੍ਰਭੂ ਦੀ ਰਹਿਮਤ ਦਾ ਸਦਕਾ ਸਾਧ ਸੰਗਤ ਪ੍ਰਹਲਾਦ ਜੀ ਹੋਰਾਂ ਨੂੰ ਜਿੰਨਾ ਵੀ ਯਤਨ ਕੀਤਾ ਨਾ ਹਰਨਾਕਸ਼ ਨੇ ਕਸ਼ਟ ਦੇਣ ਦਾ, ਸਾਧ ਸੰਗਤ ਜੀ ਭਗਤ ਦਾ ਵਾਲ ਤੱਕ ਵਿੰਗਾ ਨਹੀਂ ਹੋਣ ਦਿੱਤਾ ਉਸ ਨਿਰੰਕਾਰ ਨੇ। ਤੇ ਸਾਧ ਸੰਗਤ ਜੀ ਜਦੋਂ ਨਾ ਤੇ ਜਲ ਦੇ ਵਿੱਚ ਡੋਬ ਸਕਿਆ, ਨਾ ਅਗਨੀ ਦੇ ਵਿੱਚ ਸਾੜ ਸਕਿਆ, ਤੇ ਫਿਰ ਨਾ ਸਾਧ ਸੰਗਤ ਜੀ ਕੱਢ ਖੜਗ ਸੱਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਫਿਰ ਸਾਧ ਸੰਗਤ ਜੀ ਕਿਰਪਾਨ ਕੱਢ ਕੇ ਨਾ, ਤੇ ਜਦੋਂ ਪ੍ਰਹਲਾਦ ਜੀ ਹੋਰਾਂ ਨੂੰ ਹਰਨਾਕਸ਼ ਨੇ ਆਖਿਆ ਵੀ ਹੁਣ ਵੇਖਣਾ ਤੈਨੂੰ ਕੌਣ ਬਚਾਉਂਦਾ, ਕੱਢ ਖੜਗ ਸੱਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਸਾਧ ਸੰਗਤ ਜੀ ਜਦੋਂ ਕਿਰਪਾਨ ਕੱਢੀ ਨਾ ਹਰਨਾਕਸ਼ ਨੇ ਪ੍ਰਹਲਾਦ ਜੀ ਹੋਰਾਂ ਨੂੰ ਮਾਰਨ ਦੇ ਵਾਸਤੇ, ਤੇ ਪੁੱਛਿਆ ਵੀ ਤੇਰਾ ਗੁਰੂ ਕੌਣ ਹੈ, ਵੀ ਹੁਣ ਵੇਖਣਾ ਤੈਨੂੰ ਕੌਣ ਬਚਾਉਂਦਾ। ਤੇ ਸਾਧ ਸੰਗਤ ਜੀ ਭਾਈ ਸਾਹਿਬ ਜੀ ਆਖਦੇ ਨੇ, ਥੰਮ ਉਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ। ਫਿਰ ਜਦੋਂ ਸਾਧ ਸੰਗਤ ਜੀ ਲੱਗਾ ਨਾ ਮਾਰਨ ਹਰਨਾਕਸ਼ ਆਪਣੇ ਹੀ ਪੁੱਤਰ ਨੂੰ, ਤੇ ਫਿਰ ਸਾਧ ਸੰਗਤ ਜੀ ਥੰਮ ਪਾੜ ਕੇ, ਮਹਿਲਾਂ ਦੇ ਥੰਮ ਪਾੜ ਕੇ, ਤੇ ਸਾਧ ਸੰਗਤ ਜੀ ਉਹ ਪਰਮਾਤਮਾ, ਉਹ ਬੇਅੰਤ ਸ਼ਕਤੀ ਪ੍ਰਗਟ ਹੋਈ ਜਿਹਦਾ ਸਾਧ ਸੰਗਤ ਜੀ ਸਿਰ ਤੇ ਸ਼ੇਰ ਦਾ ਸੀ ਤੇ ਬਾਕੀ ਸਰੀਰ ਸੀ ਜਿਹੜਾ ਉਹ ਮਨੁੱਖ ਦਾ ਸੀ। ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ। ਸਾਧ ਸੰਗਤ ਜੀ ਹਰਨਾਕਸ਼ ਨੇ ਨਾ ਤਪ ਕਰਕੇ, ਸਿਮਰਨ ਕਰਕੇ, ਭਗਤੀ ਕਰਕੇ ਉਸ ਪ੍ਰਮਾਤਮਾ ਪਾਸੋਂ ਵਰ ਪ੍ਰਾਪਤ ਕੀਤਾ ਹੋਇਆ ਸੀ ਵੀ ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਜ਼ਮੀਨ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਮੈਨੂੰ ਜਲ ਡੋਬੇ ਤੇ ਨਾ ਹੀ ਮੈਨੂੰ ਅੱਗ ਸਾੜੇ। ਇਹ ਵਰ ਪ੍ਰਾਪਤ ਕੀਤੇ ਹੋਏ ਸੀ ਸਾਧ ਸੰਗਤ ਜੀ ਹਰਨਾਕਸ਼ ਨੇ। ਤੇ ਉਹਦੇ ਮਨ ਦੇ ਵਿੱਚ ਆ ਗਿਆ, ਹੰਕਾਰ ਆ ਗਿਆ ਵੀ ਇੰਨੇ ਵਰ ਮੇਰੇ ਕੋਲ ਹਨ ਤੇ ਮੈਂ ਤੇ ਮਰ ਹੀ ਨਹੀਂ ਸਕਦਾ, ਮੇਰਾ ਤੇ ਅੰਤ ਹੋ ਹੀ ਨਹੀਂ ਸਕਦਾ, ਮੈਂ ਤੇ ਅਮਰ ਹੋ ਗਿਆ। ਪਰ ਸਾਧ ਸੰਗਤ ਜੀ ਉਸ ਨਿਰੰਕਾਰ ਦੀਆਂ ਵਿਧੀਆਂ ਨੂੰ ਅਸੀਂ ਨਹੀਂ ਜਾਣ ਸਕਦੇ। ਇਹ ਵਰ ਪ੍ਰਾਪਤ ਕੀਤੇ ਹੋਏ ਸੀ ਹਰਨਾਕਸ਼ ਨੇ ਪਰਮਾਤਮਾ ਦੇ ਪਾਸੋਂ। ਤੇ ਸਾਧ ਸੰਗਤ ਜੀ ਜਦੋਂ ਫਿਰ ਥੰਮ ਨੂੰ ਪਾੜ ਕੇ ਪ੍ਰਭੂ ਪ੍ਰਗਟ ਹੋਏ ਤੇ ਸਾਧ ਸੰਗਤ ਜੀ ਉਹਨਾਂ ਦਾ ਸੀਸ ਸ਼ੇਰ ਦਾ ਤੇ ਰਹਿੰਦਾ ਸਰੀਰ ਉਹਨਾਂ ਦਾ ਮਨੁੱਖ ਦਾ। ਤੇ ਸਾਧ ਸੰਗਤ ਜੀ ਬੜੇ ਅਨੁਪਮ ਰੂਪ ਵਾਲੇ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਉਹ ਪ੍ਰਮਾਤਮਾ ਪ੍ਰਗਟ ਹੋਏ ਥੰਮ ਪਾੜ ਕੇ। ਤੇ ਸਾਧ ਸੰਗਤ ਜੀ ਭਾਈ ਸਾਹਿਬ ਜੀ ਆਖਦੇ ਨੇ, ਬੇਮੁਖ ਪਕੜ ਪਛਾੜਿਆਨ ਸੰਤ ਸਹਾਈ ਆਦ ਜੁਗਾਦ। ਪਰਮਾਤਮਾ ਤੋਂ ਭੁੱਲੇ ਹੋਏ ਮਨੁੱਖ ਨੂੰ, ਪਰਮਾਤਮਾ ਤੋਂ ਭੁੱਲੇ ਹੋਏ ਹਰਨਾਕਸ਼ ਨੂੰ ਉਸ ਪ੍ਰਭੂ ਨੇ ਸਾਧ ਸੰਗਤ ਜੀ ਫੜ ਕੇ ਨਾ ਆਪਣੇ ਪੱਟਾਂ ਤੇ ਰੱਖ ਕੇ ਤੇ ਆਪਣੇ ਹੱਥਾਂ ਦੇ ਨਾਲ ਸਾਧ ਸੰਗਤ ਜੀ ਚੀਰ ਦਿੱਤਾ, ਦੋ ਹਿੱਸੇ ਕਰ ਦਿੱਤੇ। ਵਰ ਵੀ ਪੂਰਾ ਹੋ ਗਿਆ ਤੇ ਨਿੰਦਕ ਦਾ ਅੰਤ ਵੀ ਕਰ ਦਿੱਤਾ ਪ੍ਰਮਾਤਮਾ ਨੇ। ਸਾਧ ਸੰਗਤ ਜੀ ਜਦੋਂ ਆਪਣੇ ਪੱਟਾਂ ਤੇ ਰੱਖਿਆ ਨਾ ਭਗਵਾਨ
ਨਰਸਿੰਘ ਰੂਪ ਨੇ ਹਰਨਾਕਸ਼ ਨੂੰ, ਤੇ ਨਾ ਤੇ ਉਦੋਂ ਉਹ ਜ਼ਮੀਨ ਤੇ ਸਨ ਤੇ ਨਾ ਹੀ ਆਕਾਸ਼ ਦੇ ਵਿੱਚ ਸੀ। ਇਸ ਕਰਕੇ ਸਾਧ ਸੰਗਤ ਜੀ ਪ੍ਰਭੂ ਨੇ ਆਪਦਾ ਵਰ ਵੀ ਪੂਰਾ ਕੀਤਾ। ਤੇ ਜਦੋਂ ਮਾਰਿਆ ਸਾਧ ਸੰਗਤ, ਨਾ ਤੇ ਉਹ ਪੂਰਨ ਮਨੁੱਖ ਸਨ ਤੇ ਨਾ ਹੀ ਪੂਰਨ ਉਹ ਸ਼ੇਰ ਸਨ। ਸਾਧ ਸੰਗਤ ਜੀ ਇਹ ਵੀ ਵਰ ਪ੍ਰਮਾਤਮਾ ਨੇ ਆਪਦਾ ਪੂਰਾ ਕੀਤਾ। ਨਾ ਤਾਂ ਬੰਦੇ ਦੇ ਹੱਥੋਂ ਮਰਿਆ ਤੇ ਨਾ ਹੀ ਕਿਸੇ ਜਾਨਵਰ ਦੇ ਹੱਥੋਂ ਮਰਿਆ। ਨਰਸਿੰਘ ਰੂਪ ਸੀ, ਸ਼ੇਰ ਦਾ ਮੁੱਖ ਤੇ ਥੱਲੜਾ ਹਿੱਸਾ ਮਨੁੱਖ ਦਾ। ਨਾ ਕਿਸੇ ਹਥਿਆਰ ਦੇ ਨਾਲ ਮਰਿਆ, ਨਾ ਜਲ ਚ ਡੁੱਬ ਕੇ ਮਰਿਆ, ਨਾ ਅਗਨੀ ਦੇ ਵਿੱਚ ਸੜ ਕੇ ਮਰਿਆ। ਪਰਮਾਤਮਾ ਨੇ ਆਪਣੇ ਦਿੱਤੇ ਹੋਏ ਸਾਰੇ ਵਰ ਸਾਧ ਸੰਗਤ ਪੂਰੇ ਵੀ ਕਰ ਦਿੱਤੇ ਤੇ ਦੋਖੀ ਦਾ ਸੰਘਾਰ ਵੀ ਕਰ ਦਿੱਤਾ। ਬੇਮੁਖ ਪਕੜ ਪਛਾੜਿਅਨ ਸੰਤ ਸਹਾਈ ਆਦ ਜੁਗਾਦ। ਬੇਮੁਖ ਨੂੰ, ਰੱਬ ਤੋਂ ਭੁੱਲੇ ਹੋਏ ਹਰਨਾਕਸ਼ ਨੂੰ ਪਰਮਾਤਮਾ ਨੇ ਸਾਧ ਸੰਗਤ ਜੀ ਦੋ ਫਾੜ ਕਰ ਦਿੱਤਾ ਤੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਦੀ ਸਾਧ ਸੰਗਤ ਜੀ ਇੱਜ਼ਤ ਰੱਖ ਲਈ। ਤੇ ਇਸੇ ਕਰਕੇ ਆਪਾਂ ਪੜ੍ਹਦੇ ਹਾਂ ਨਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਾਧ ਸੰਗਤ ਉਹ ਪ੍ਰਮਾਤਮਾ, ਜਿਹੜੇ ਮਨੁੱਖ ਉਸ ਪ੍ਰਮਾਤਮਾ ਦੀ ਅਰਾਧਨਾ ਕਰਦੇ ਨੇ, ਭਗਤੀ ਕਰਦੇ ਨੇ, ਉਸ ਪ੍ਰਮਾਤਮਾ ਨੂੰ ਆਪਣੇ ਸਿਮਰਨ ਦੇ ਵਿੱਚ ਲਿਆਉਂਦੇ ਨੇ, ਆਪਣੇ ਚੇਤੇ ਦੇ ਵਿੱਚ ਰੱਖਦੇ ਨੇ ਨਾ ਜਿਹੜੇ ਲੋਕ ਉਸ ਵਾਹਿਗੁਰੂ ਨੂੰ। ਤੇ ਸਾਧ ਸੰਗਤ ਜੀ ਫਿਰ ਉਹ ਪ੍ਰਮਾਤਮਾ ਵੀ ਉਹਨਾਂ ਆਪਣੇ ਪਿਆਰਿਆਂ ਦਾ ਵਾਲ ਨਹੀਂ ਵਿੰਗਾ ਹੋਣ ਦਿੰਦਾ। ਵਾਲ ਨਾ ਵਿੰਗਾ ਹੋਵਾ, ਵਿੱਚ ਕਰਤਾ ਪੁਰਖ ਖਲੋਵਾ। ਜਦੋਂ ਸਾਧ ਸੰਗਤ ਜੀ ਮਨੁੱਖ ਦੇ ਵਿਚਾਰਾਂ 'ਚ ਰੱਬ ਆ ਜਾਂਦਾ ਹੈ ਨਾ, ਤੇ ਫਿਰ ਉਸ ਮਨੁੱਖ ਦਾ ਦਿਨ ਦਿਨ ਚੜਾ ਸਵਾਇਆ, ਨਾਨਕ ਹੋਤ ਨਾ ਘਾਟ। ਫਿਰ ਸਾਧ ਸੰਗਤ ਜੀ ਉਸ ਮਨੁੱਖ ਨੂੰ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਉਂਦੀ, ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਪਹੁੰਚਦਾ। ਬਸ ਸ਼ਰਤ ਇਹ ਹੈ ਕਿ ਜੋ ਕੁਝ ਪਰਮਾਤਮਾ ਦਾ ਵਿਧੀ ਵਿਧਾਨ ਹੈ ਮਨੁੱਖ ਉਹਦੇ ਅਨੁਸਾਰ ਚੱਲੇ, ਇਮਾਨਦਾਰੀ ਦਾ ਪੱਲਾ ਫੜੇ, ਸੱਚ ਦਾ ਪੱਲਾ ਫੜੇ, ਸਾਰਿਆਂ ਨੂੰ ਇੱਕ ਸਮਝੇ, ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਨੂੰ ਅਨੁਭਵ ਕਰੇ। ਤੇ ਸਾਧ ਸੰਗਤ ਫਿਰ ਆਪ ਸਹਾਈ ਹੋਵਾ, ਸੱਚੇ ਦਾ ਸੱਚਾ ਢੋਆ। ਫਿਰ ਆਪ ਗੁਰੂ ਸਹਾਈ ਹੁੰਦਾ। ਤੇ ਫਿਰ ਭਾਈ ਸਾਹਿਬ ਜੀ ਆਖਦੇ ਨੇ, ਜੈ ਜੈਕਾਰ ਕਰਨ ਬ੍ਰਹਮਾਦ। ਜਦੋਂ ਹਰਨਾਕਸ਼ ਨੂੰ ਉਸ ਨਿਰੰਕਾਰ ਨੇ ਉਹਦੀ ਕੀਤੀ ਦਾ ਫਲ ਦੇ ਦਿੱਤਾ, ਤੇ ਭਗਤ ਪ੍ਰਹਿਲਾਦ ਜੀ ਹੋਰਾਂ ਦੀ ਜੈ ਜੈਕਾਰ ਸੰਸਾਰ ਨੇ ਕੀਤੀ। ਦੇਵ ਲੋਕ ਦੇ ਵਿੱਚ ਪ੍ਰਹਿਲਾਦ ਜੀ ਹੋਰਾਂ ਦਾ ਜਸ ਗਾਇਆ ਗਿਆ। ਤੇ ਗੁਰੂ ਕੀ ਬਾਣੀ ਦੇ ਵਿੱਚ ਅੱਜ ਵੀ ਅਸੀਂ ਸਾਧ ਸੰਗਤ ਜੀ ਪ੍ਰਹਿਲਾਦ ਜੀ ਹੋਰਾਂ ਦੀ ਵਡਿਆਈ ਕਰਦੇ ਹਾਂ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਆਪਣੇ ਭਗਤ ਨੂੰ ਤਾਰ ਲਿਆ, ਆਪਣੇ ਭਗਤ ਦੀ ਲਾਜ ਰੱਖ ਲਈ, ਆਪਣੇ ਭਗਤ ਦਾ ਵਾਲ ਨਹੀਂ ਵਿੰਗਾ ਹੋਣ ਦਿੱਤਾ ਨਿਰੰਕਾਰ ਨੇ। ਤੇ ਨਿੰਦਕ ਨੂੰ, ਦੁਸ਼ਟ ਨੂੰ ਤੇ ਦੋਖੀ ਨੂੰ ਪਰਮਾਤਮਾ ਨੇ ਆਪ ਸੰਘਾਰਿਆ। ਤੋ ਸਾਧ ਸੰਗਤ ਜੀ ਅੱਜ ਦੀ ਸਮੁੱਚੀ ਵਿਚਾਰ ਤੋਂ ਸਿੱਟਾ ਕੀ ਨਿਕਲਦਾ ਹੈ? ਸਾਨੂੰ ਉਪਦੇਸ਼ ਕੀ ਪ੍ਰਾਪਤ ਹੁੰਦਾ ਹੈ?
ਉਪਦੇਸ਼ ਸਾਨੂੰ ਸਾਧ ਸੰਗਤ ਇਹ ਪ੍ਰਾਪਤ ਹੁੰਦਾ ਹੈ ਕਿ ਅਸੀਂ ਉਸ ਨਿਰੰਕਾਰ ਦੀ ਆਰਾਧਨਾ ਕਰੀਏ, ਤੇ ਜਿਹੜਾ ਕੋਈ ਨਿਰੰਕਾਰ ਦੀ ਆਰਾਧਨਾ ਕਰਦਾ ਉਹ ਅਸੀਂ ਉਹਦੀ ਨਿੰਦਿਆ ਨਾ ਕਰੀਏ, ਅਸੀਂ ਉਹਨੂੰ ਮਾੜਾ ਨਾ ਆਖੀਏ, ਉਹਦੇ ਰਾਹ ਦੇ ਵਿੱਚ ਅਸੀਂ ਰੋੜਾ ਨਾ ਬਣੀਏ। ਨਹੀਂ ਤੇ ਸਾਧ ਸੰਗਤ ਹਰਨਾਕਸ਼ ਦੀ ਤਰ੍ਹਾਂ ਉਹ ਪਰਮਾਤਮਾ ਗੁਰੂ ਕੇ ਪਿਆਰਿਆਂ ਦੇ ਰਾਹ ਦੇ ਵਿੱਚ ਰੋੜਾ ਬਣਨ ਵਾਲਿਆਂ ਨੂੰ ਇਸੇ ਤਰ੍ਹਾਂ ਸੰਘਾਰਦਾ, ਇਸੇ ਤਰ੍ਹਾਂ ਸਜ਼ਾ ਦਿੰਦਾ ਉਹ ਪਰਮਾਤਮਾ। ਤੋ ਸਾਧ ਸੰਗਤ ਇਸ ਅੱਜ ਦੇ ਵਿਚਾਰ ਤੋਂ ਆਪਾਂ ਨੂੰ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਰਹਿਮਤ ਵਰਸਾਉਣ, ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਕੇ ਨਿਹਾਲ ਕਰਨ। ਕੱਲ ਇੱਕ ਹੋਰ ਨਵੇਂ ਵਿਚਾਰ ਦੇ ਨਾਲ ਆਪ ਜੀ ਦੇ ਨਾਲ ਵਿਚਾਰਕ ਸਾਂਝ ਪਾਵਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।